ਹੈਲੋ ਸਟੂਡੈਂਟਸ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਨਲਾਈਨ ਕਲਾਸਰੂਮ ਦੇ YouTube ਚੈਨਲ ਉੱਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਕਰਨ ਜਾ ਰਹੇ ਹਾਂ ਫੰਡਾਮੈਂਟਲ ਰਾਈਟਸ ਦਾ ਨੈਕਸਟ ਪਾਰਟ। ਪਹਿਲਾ ਪਾਰਟ ਦੇਖਣ ਦੇ ਲਈ ਤੁਸੀਂ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ। ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੂਗੀ। ਅੱਜ ਦੀ ਇਸ ਵੀਡੀਓ ਦਾ ਪਹਿਲਾ ਕੁਐਸਚਨ ਹੈ, ਵਿਚ ਅਮੈਂਡਮੈਂਟ ਟੂ ਦਾ ਕੰਸਟੀਟਿਊਸ਼ਨ ਇੰਸਰਟਡ ਏ ਨਿਊ ਆਰਟੀਕਲ 21A ਪ੍ਰੋਵਾਈਡਿੰਗ ਰਾਈਟ ਟੂ ਐਜੂਕੇਸ਼ਨ ਇਨ ਦਾ ਕੰਸਟੀਟਿਊਸ਼ਨ। ਤਾਂ ਆਪਾਂ ਉਸ ਅਮੈਂਡਮੈਂਟ ਦੀ ਇੱਥੇ ਗੱਲ ਕਰਨੀ ਹੈ ਜਿਹਨੂੰ ਕੰਸਟੀਟਿਊਸ਼ਨ ਦੇ ਵਿੱਚ ਇਨਸਰਟ ਕੀਤਾ ਗਿਆ ਨਵੇਂ ਆਰਟੀਕਲ 21A ਦੇ ਥਰੂ, ਜਿਹੜਾ ਕੀ ਹੈ ਆਪਾਂ ਨੂੰ ਪ੍ਰੋਵਾਈਡ ਕਰਦਾ ਐਜੂਕੇਸ਼ਨ ਦਾ ਰਾਈਟ। ਤਾਂ ਉਸ ਅਮੈਂਡਮੈਂਟ ਦੀ ਗੱਲ ਜੇ ਕਰਨੀ ਹੈ ਤਾਂ ਉਹਦਾ ਜਵਾਬ ਆਊਗਾ 86th ਅਮੈਂਡਮੈਂਟ। 86ਵੀਂ ਅਮੈਂਡਮੈਂਟ ਹੈ। ਇਹਨੂੰ ਯਾਦ ਕਰਨ ਦਾ ਤਰੀਕਾ ਮੈਂ ਤੁਹਾਨੂੰ ਦੱਸ ਦਿੰਦਾ। ਤੁਸੀਂ ਇਹਨੂੰ ਦੇਖੋ, 86th ਅਮੈਂਡਮੈਂਟ ਲਿਖਿਆ ਹੈ, 8 ਤੇ 6 ਕਿੰਨੇ ਹੁੰਦੇ ਨੇ ਜੀ 14। ਤਾਂ ਰਾਈਟ ਟੂ ਐਜੂਕੇਸ਼ਨ ਦਾ ਮਤਲਬ ਇਹਦੇ 'ਚ ਕੀ ਹੈ ਬਈ ਇਸ ਅਮੈਂਡਮੈਂਟ ਦੇ ਥਰੂ ਕੋਈ ਵੀ ਸਟੇਟ ਹੈ ਇੰਡੀਆ ਦੇ ਵਿੱਚ, ਉਹ ਕੀ ਕਰੇਗੀ 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਕੰਪਲਸਰੀ ਐਜੂਕੇਸ਼ਨ ਪ੍ਰੋਵਾਈਡ ਕਰੇਗੀ ਹੀ ਕਰੇਗੀ। 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ, 6 ਵੀ ਹੈਗਾ ਅਮੈਂਡਮੈਂਟ ਦੇ ਵਿੱਚ, 86 ਹੈ, 6 ਹੈਗਾ, 8 ਤੇ 6 14। ਤਾਂ ਤੁਸੀਂ ਇਹਨੂੰ ਇੱਦਾਂ ਲਿੰਕ ਬਣਾ ਕੇ ਯਾਦ ਰੱਖ ਸਕਦੇ ਹੋ ਕਿ 86th ਅਮੈਂਡਮੈਂਟ ਜਦੋਂ ਗੱਲ ਹੋਊਗੀ ਤਾਂ ਉਹਦਾ ਮਤਲਬ ਬੱਚਿਆਂ ਦੇ ਨਾਲ ਹੈ ਤੇ ਉਹਨਾਂ ਦੀ ਐਜੂਕੇਸ਼ਨ ਦੇ ਨਾਲ ਹੈ। ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ ਆਪਾਂ। The 44th amendment in the Constitution of India removed the following right from the category of fundamental right। ਜਦੋਂ 44ਵੀਂ ਅਮੈਂਡਮੈਂਟ ਆਈ ਤਾਂ ਉਹਨੇ ਕਿਹੜੀ ਫੋਲੋਇੰਗ ਰਾਈਟ ਨੂੰ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਰਿਮੂਵ ਕੀਤਾ? ਤਾਂ ਇਹ ਗੱਲ ਹੈਗਾ ਆਪਣਾ ਰਾਈਟ ਟੂ ਪ੍ਰੋਪਰਟੀ ਦਾ। ਸੀ ਆਪਸ਼ਨ ਇਹਦਾ ਰਾਈਟ ਆਨਸਰ ਆਊਗਾ, ਰਾਈਟ ਟੂ ਪ੍ਰੋਪਰਟੀ। ਅਤੇ ਆਰਟੀਕਲ ਕਿਹੜਾ ਸੀ ਉਹ ਮੈਂ ਇੱਥੇ ਲਿਖ ਕੇ ਦੱਸ ਦਿੰਦਾ ਤੁਹਾਨੂੰ, 300A। ਅਮੈਂਡਮੈਂਟ 44th ਹੈ, 44ਵੀਂ ਹੈ, ਅਤੇ ਆਰਟੀਕਲ ਉਹ 300A ਦੇ ਅੰਡਰ ਹੈ, ਜਿਹਦੇ ਥਰੂ ਫੰਡਾਮੈਂਟਲ ਰਾਈਟ 'ਚੋਂ ਰਿਮੂਵ ਕਰਤਾ ਸੀ ਪ੍ਰੋਪਰਟੀ ਦਾ ਰਾਈਟ। ਇਨ ਦਾ ਇੰਡੀਅਨ ਕੰਸਟੀਟਿਊਸ਼ਨ ਦਾ ਰਾਈਟ ਇਕੁਐਲਿਟੀ ਇਜ਼ ਗਰੰਟਡ ਬਾਏ 5 ਆਰਟੀਕਲ ਦੇ ਆਰ। ਤਾਂ ਉਹ 5 ਆਰਟੀਕਲ ਕਿਹੜੇ ਕਿਹੜੇ ਨੇ? 23ਵੇਂ ਕੁਐਸਚਨ ਦੀ ਆਪਾਂ ਗੱਲ ਕਰਦੇ ਹਾਂ। ਆਰਟੀਕਲ 14 ਤੋਂ ਆਰਟੀਕਲ 18 ਇਕੁਐਲਿਟੀ ਇਜ਼ ਗਰੰਟਡ ਬਾਏ 5 ਆਰਟੀਕਲ ਦੀ ਗੱਲ ਹੋ ਰਹੀ ਹੈ। ਇਕੁਐਲਿਟੀ 14 ਤੋਂ 18 ਆਰਟੀਕਲ ਨੂੰ ਪੜ੍ਹੋ, ਇਹਦੇ ਵਿੱਚ ਸਾਰੇ ਆਰਟੀਕਲ ਜਿਹੜੇ ਹੈਗੇ ਨੇ ਇਕੁਐਲਿਟੀ ਦੇ ਉੱਤੇ ਗੱਲ ਕਰਦੇ ਨੇ। ਵਿਚ ਆਰਟੀਕਲ ਆਫ ਦਾ ਕੰਸਟੀਟਿਊਸ਼ਨ ਆਫ ਇੰਡੀਆ ਸੇਜ਼ ਨੋ ਚਾਈਲਡ ਬਿਲੋ ਦਾ ਏਜ ਆਫ 14 ਈਅਰਸ ਸ਼ੈਲ ਬੀ ਐਮਪਲੋਇਡ ਟੂ ਵਰਕ ਇਨ ਐਨੀ ਫੈਕਟਰੀ ਔਰ ਮਾਈਨ ਔਰ ਐਨਗੇਜਡ ਇਨ ਐਨੀ ਅਦਰ ਹਜ਼ਾਰਡਸ ਐਮਪਲੋਇਮੈਂਟ। ਇੱਥੇ ਆਪਾਂ ਗੱਲ ਕਰਦੇ ਹਾਂ ਕਿਹੜਾ ਆਰਟੀਕਲ ਹੈ ਜਿਹੜਾ ਕਹਿੰਦੇ ਕਿ ਵੀ 14 ਸਾਲ ਤੋਂ ਨੀਚੇ ਬੱਚਿਆਂ ਨੂੰ ਐਮਪਲੋਇਮੈਂਟ ਆਪਾਂ ਨਹੀਂ ਕਰ ਸਕਦੇ, ਉਹਨਾਂ ਤੋਂ ਕੰਮ ਨਹੀਂ ਕਰਵਾ ਸਕਦੇ। ਆਰਟੀਕਲ 24। ਤਾਂ ਇਹਨੂੰ ਵੀ ਤੁਸੀਂ ਯਾਦ ਕਰਨ ਦਾ ਤਰੀਕਾ ਹੈਗਾ, ਜਿਹੜੀ 86ਵੀਂ ਅਮੈਂਡਮੈਂਟ ਮੈਂ ਪਹਿਲੇ ਕੁਐਸਚਨ ਦੱਸੀ ਹੈ, 8 ਤੇ 6 ਨੂੰ ਜਦੋਂ ਜੋੜੋਗੇ ਤਾਂ 14 ਬਣੂਗਾ। ਇੱਥੇ ਆਰਟੀਕਲ 24 ਹੈ, ਗੱਲ ਹੋ ਰਹੀ ਹੈ 6 ਤੋਂ 14 ਸਾਲ ਤੱਕ ਦੇ ਬੱਚਿਆਂ ਦੀ। ਤੁਸੀਂ ਇਹਨੂੰ ਇੱਦਾਂ ਲਿੰਕ ਬਣਾ ਕੇ ਯਾਦ ਰੱਖ ਸਕਦੇ ਹੋ ਵੀ ਆਰਟੀਕਲ 24 ਵੀ ਹੈ ਜਿਹੜਾ ਉਹ ਬੱਚਿਆਂ ਦੇ ਨਾਲ ਰਿਲੇਟਡ ਹੈ। ਅਕੋਰਡਿੰਗ ਟੂ ਦਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਯਾਨੀ ਕਿ NHRC ਐਕਟ 1993, ਹੂ ਅਮੰਗਸਟ ਦਾ ਫੋਲੋਇੰਗ ਕੈਨ ਬੀ ਇਟਸ ਚੇਅਰਮੈਨ। ਤਾਂ ਇਹਦਾ ਚੇਅਰਮੈਨ ਕੌਣ ਹੋ ਸਕਦਾ ਹੈਗਾ NHRC ਦਾ? 25 ਨੰਬਰ ਕੁਐਸਚਨ ਹੈ, ਇਹਦਾ ਆਪਸ਼ਨ ਆਊਗਾ C, ਓਨਲੀ ਏ ਰਿਟਾਇਰਡ ਚੀਫ ਜਸਟਿਸ ਆਫ ਇੰਡੀਅਨ। ਤਾਂ ਚੀਫ ਜਸਟਿਸ ਇੰਡੀਅਨ ਰਿਟਾਇਰਡ ਜਿਹੜਾ ਹੋਊਗਾ ਉਹਦਾ ਚੀਫ ਉਹੀ ਬਣ ਸਕਦਾ ਹੈਗਾ। ਨੈਕਸਟ ਕੁਐਸਚਨ 'ਤੇ ਮੂਵ ਹੁੰਦੇ ਹਾਂ ਜੀ ਆਪਾਂ। ਹੂ ਇਜ਼ ਦਾ ਗਾਰਡੀਅਨ ਆਫ ਫੰਡਾਮੈਂਟਲ ਰਾਈਟਸ ਐਨੂਮੀਰੇਟਡ ਇਨ ਇੰਡੀਅਨ ਕੰਸਟੀਟਿਊਸ਼ਨ। ਇਹ ਕੁਐਸਚਨ ਪਹਿਲਾਂ ਵੀ ਪਿਛਲੀ ਵੀਡੀਓ 'ਚ ਵੀ ਆਇਆ ਸੀ, ਦੁਬਾਰਾ ਆ ਗਿਆ। ਤਾਂ ਇਹਦਾ ਜਵਾਬ ਆਊਗਾ A, ਸੁਪਰੀਮ ਕੋਰਟ। ਸੁਪਰੀਮ ਕੋਰਟ ਕੋਲ ਹੀ ਸਾਰੀਆਂ ਪਾਵਰਾਂ ਹੁੰਦੀਆਂ ਨੇ। ਵਿਚ ਪਾਰਟ ਆਫ ਦਾ ਇੰਡੀਅਨ ਕੰਸਟੀਟਿਊਸ਼ਨ ਹੈਜ਼ ਬੀਨ ਡਿਸਕ੍ਰਾਈਬਡ ਐਜ਼ ਦਾ ਸੋਲ ਆਫ ਦਾ ਕੰਸਟੀਟਿਊਸ਼ਨ। ਸੋਲ ਹੁੰਦੀ ਹੈ ਆਤਮਾ। 27 ਨੰਬਰ ਕੁਐਸਚਨ ਹੈ, ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਡਿਟੇਲ ਦੇ ਵਿੱਚ ਦੱਸਿਆ ਸੀ, ਜਿਹਦਾ ਜਵਾਬ ਆਊਗਾ D ਆਪਸ਼ਨ, ਰਾਈਟ ਟੂ ਕੰਸਟੀਟਿਊਸ਼ਨਲ ਰੈਮੀਡੀਜ਼। which one among the following pairs of articles relating to the fundamental rights cannot be suspended during the enforcement of emergency under article 359 of the Indian Constitution। ਤਾਂ ਗੱਲ ਕਰਦੇ ਹਾਂ ਇਹਨਾਂ ਦੇ ਵਿੱਚੋਂ ਕਿਹੜੇ ਦੋ ਆਰਟੀਕਲ ਨੇ ਜਿਹੜੇ ਕਿ ਆਰਟੀਕਲ 359 ਦੇ ਅੰਡਰ ਆਉਂਦੇ ਨੇ, ਜੋ ਕਿ ਐਮਰਜੈਂਸੀ ਦੇ ਟਾਈਮ 'ਤੇ ਵੀ ਸਟੇਟ ਦੇ ਵਿੱਚ ਕਿੰਨੀ ਵੱਡੀ ਐਮਰਜੈਂਸੀ ਹੋਵੇ ਤਾਂ ਬਟ ਉਹ ਸਸਪੈਂਡਡ ਨਹੀਂ ਹੋ ਸਕਦੇ। ਕਿਹੜੇ ਕਿਹੜੇ ਨੇ ਜੀ ਉਹ? ਆਰਟੀਕਲ 20 ਤੇ 21। ਜਵਾਬ ਇਹਦਾ ਆਊਗਾ ਜੀ C ਆਪਸ਼ਨ, ਆਰਟੀਕਲ 20 ਤੇ 21। ਅਤੇ ਉਹ ਹੈ ਕਿਹੜੇ ਨੇ? ਜੇ ਐਂ ਪੁੱਛ ਲੈਣ ਤਾਂ ਉਹ ਹੈਗੇ ਨੇ ਜੀ ਆਪਣਾ
ਪ੍ਰੋਟੈਕਸ਼ਨ ਆਫ ਲਾਈਫ ਐਂਡ ਪਰਸਨਲ ਲਿਬਰਟੀ। ਕਿਸੇ ਵੀ ਹਾਲਤ ਦੇ ਵਿੱਚ ਬੰਦੇ ਦੀ ਲਾਈਫ ਦੀ ਪ੍ਰੋਟੈਕਸ਼ਨ ਤੇ ਪਰਸਨਲ ਲਿਬਰਟੀ ਦਾ ਜਿਹੜਾ ਆਰਟੀਕਲ 20 ਦੇ 21 ਹੈ ਉਹ ਕਿਸੇ ਵੀ ਹਾਲਤ ਵਿੱਚ ਰਿਮੂਵ ਨਹੀਂ ਹੋ ਸਕਦਾ। ਯਾਦ ਕਰ ਲਿਓ, ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ। Which fundamental right cannot be suspended even during an emergency under article 352 of the constitution? ਤਾਂ ਮੈਂ ਪਿੱਛੇ ਬੋਲ ਕੇ ਵੀ ਹਟਿਆ ਵੀ ਉਹ ਕਿਹੜਾ ਹੈਗਾ। 29 ਨੰਬਰ ਕੁਐਸਚਨ ਰਾਈਟ ਆਫ ਲਾਈਫ। ਦੋ ਨੇ, ਇੱਕ ਹੈਗਾ ਰਾਈਟ ਆਫ ਲਾਈਫ ਜਾਂ ਪ੍ਰੋਟੈਕਸ਼ਨ ਆਫ ਲਾਈਫ ਆਪਾਂ ਕਹਿ ਸਕਦੇ ਹਾਂ, ਦੂਜਾ ਹੈਗਾ ਪਰਸਨਲ ਲਿਬਰਟੀ। ਤਾਂ ਦੂਜਾ ਵੀ ਸੁਣ ਲਓ ਤੁਸੀਂ, ਪਰਸਨਲ ਲਿਬਰਟੀ ਵਾਲਾ ਹੈ ਉਹ। Which of the following is enforceable in a court of law? ਇਹਨਾਂ ਦੇ ਵਿੱਚੋਂ ਕਿਹੜਾ ਹੈ ਜਿਹੜਾ ਕਿ ਐਨਫੋਰਸੀਏਬਲ ਹੈ ਇਨ ਕੋਰਟ ਆਫ ਲਾ ਦੇ ਵਿੱਚ। 30 ਨੰਬਰ ਕੁਐਸਚਨ ਕਰ ਰਹੇ ਹਾਂ ਆਪਾਂ, ਜਿਹਦਾ ਜਵਾਬ ਆਊਗਾ ਫੰਡਾਮੈਂਟਲ ਰਾਈਟਸ। ਵੈਰੀ ਇੰਪੋਰਟੈਂਟ ਕੁਐਸਚਨ ਹੈ, ਪੇਪਰਾਂ ਦੇ ਵਿੱਚ ਇਸ ਵਾਰ ਵੀ ਪੁੱਛਿਆ ਜਾ ਸਕਦਾ ਹੈ, ਜਿਵੇਂ ਕਿ ਜੇਲ੍ਹ ਵਾਰਡਨ, ਪਟਵਾਰੀ ਪੇਪਰ, ਇੱਦਾਂ ਦੇ ਅੰਸ਼। ਫੰਡਾਮੈਂਟਲ ਰਾਈਟਸ ਕੈਨ ਬੀ ਸਸਪੈਂਡਡ ਡਿਊਰਿੰਗ। ਫੰਡਾਮੈਂਟਲ ਰਾਈਟਸ ਸਸਪੈਂਡਡ ਕੀਤੇ ਜਾ ਸਕਦੇ ਨੇ ਕਿਹੜੇ ਟਾਈਮ ਦੇ ਉੱਤੇ? ਤਾਂ ਇਹਦਾ ਜਵਾਬ ਆਊਗਾ ਇੱਕੋ ਹੀ, ਆਪਾਂ ਨੂੰ ਪਤਾ ਹੈਗਾ, ਐਮਰਜੈਂਸੀ ਬਾਏ ਦਾ ਪਾਰਲੀਮੈਂਟ, ਜਦੋਂ ਪਾਰਲੀਮੈਂਟ ਦੇ ਦੁਆਰਾ ਐਮਰਜੈਂਸੀ ਲੱਗ ਜੇ। ਬਟ ਕਿਹੜੇ ਕਿਹੜੇ ਨਹੀਂ ਹੋ ਸਕਦੇ ਉਹ ਮੈਂ ਤੁਹਾਨੂੰ ਦੱਸ ਦਿੱਤੇ ਹੈ, ਰਾਈਟ ਆਫ ਲਾਈਫ ਵਾਲਾ ਅਤੇ ਪਰਸਨਲ ਲਿਬਰਟੀ ਵਾਲਾ। ਦਾ ਗਰੰਟਿੰਗ ਆਫ ਫੰਡਾਮੈਂਟਲ ਰਾਈਟਸ ਟੂ ਸਿਟੀਜ਼ਨਸ ਏਮਸ ਐਟ ਐਨਸ਼ੋਰਿੰਗ। 32 ਨੰਬਰ ਕੁਐਸਚਨ ਆਪਾਂ ਕਰ ਰਹੇ ਹਾਂ ਜੀ, ਇਹਦਾ ਜਵਾਬ ਕੀ ਆਊਗਾ? ਗਰੰਟਿੰਗ ਦੀ ਗੱਲ ਹੋ ਰਹੀ ਹੈ, ਇੰਡੀਵਿਜੂਅਲ ਲਿਬਰਟੀ, ਇੰਡੀਵਿਜੂਅਲ ਲਿਬਰਟੀ ਦੀ ਗੱਲ ਹੋ ਰਹੀ ਹੈ। ਫੰਡਾਮੈਂਟਲ ਰਾਈਟਸ ਟੂ ਇੰਡੀਅਨ ਸਿਟੀਜ਼ਨਸ ਏਮਸ ਐਟ ਐਨਸ਼ੋਰਿੰਗ। ਇੰਡੀਵਿਜੂਅਲ ਲਿਬਰਟੀ ਦਾ ਮੀਨਿੰਗ ਕੀ ਹੁੰਦਾ? ਵਿਅਕਤੀਗਤ ਆਜ਼ਾਦੀ। ਹੂ ਕੈਨ ਅਮੈਂਡ ਔਰ ਮੋਡੀਫਾਈ ਐਨੀ ਆਫ ਦਾ ਫੰਡਾਮੈਂਟਲ ਰਾਈਟਸ ਗਿਵਨ ਇਨ ਦਾ ਕੰਸਟੀਟਿਊਸ਼ਨ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਇਹਦਾ ਜਵਾਬ ਕੀ ਹੋਣਾ ਚਾਹੀਦਾ ਜੀ? ਆਪਾਂ ਨੂੰ ਪਤਾ ਹੈਗਾ ਵੀ ਇਹ ਸਾਰਾ ਕੁਝ ਮੋਡੀਫਾਈ ਵਗੈਰਾ ਕੌਣ ਕਰ ਸਕਦਾ ਹੈ? ਪ੍ਰੈਜ਼ੀਡੈਂਟ ਕਰ ਸਕਦਾ ਹੈ। ਇਹ ਆਪਸ਼ਨ ਆਊਗਾ, ਪ੍ਰੈਜ਼ੀਡੈਂਟ ਕੈਨ ਅਮੈਂਡ ਆਫ ਮੋਡੀਫਾਈ। ਫੰਡਾਮੈਂਟਲ ਰਾਈਟਸ ਨੂੰ ਮੋਡੀਫਾਈ ਕਰਨ ਦੀ ਸਿਰਫ ਪ੍ਰੈਜ਼ੀਡੈਂਟ ਕੋਲ ਹੀ ਪਾਵਰ ਹੈ। ਵਿਚ ਫੰਡਾਮੈਂਟਲ ਰਾਈਟ ਹੈਜ਼ ਬੀਨ ਡਿਲੀਟਡ ਫਰੋਮ ਆਵਰ ਕੰਸਟੀਟਿਊਸ਼ਨ ਥਰੂ ਏ ਕੰਸਟੀਟਿਊਸ਼ਨਲ ਅਮੈਂਡਮੈਂਟ। ਦੁਬਾਰਾ ਰਿਪੀਟ ਹੋ ਗਿਆ ਇਹ ਕੁਐਸਚਨ, ਕਿਹੜਾ ਹੈ ਉਹ? ਰਾਈਟ ਟੂ ਪ੍ਰੋਪਰਟੀ ਦਾ ਸੀ ਆਪਸ਼ਨ ਆਊਗਾ, ਜਿਹੜਾ 44th ਅਮੈਂਡਮੈਂਟ ਦੇ ਦੁਆਰਾ ਰਿਮੂਵ ਹੋਇਆ ਸੀ ਆਰਟੀਕਲ 300A ਦੇ ਅੰਡਰ। ਤਾਂ ਨੈਕਸਟ ਕੁਐਸਚਨ ਤੇ ਮੂਵ ਹੁੰਦੇ ਹਾਂ ਜੀ ਆਪਾਂ। ਰਾਈਟ ਟੂ ਐਜੂਕੇਸ਼ਨ ਬਿਕਮ ਏ ਫੰਡਾਮੈਂਟਲ ਰਾਈਟ ਓਨ। ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ। ਹੁਣ ਇਹ ਪੁੱਛ ਲਿਆ ਕਿ ਜਿਹੜਾ ਰਾਈਟ ਟੂ ਐਜੂਕੇਸ਼ਨ ਹੈ ਉਹ ਫੰਡਾਮੈਂਟਲ ਰਾਈਟਸ ਕਿਸ ਦਿਨ ਬਣਿਆ ਸੀ? ਉਹ ਡੇਟ ਦੀ ਗੱਲ ਕਰ ਰਹੇ ਹਾਂ ਆਪਾਂ ਇੱਥੇ, ਅਪ੍ਰੈਲ 1 2010। ਬੀ ਆਪਸ਼ਨ ਆਊਗਾ ਇਹਦਾ, ਅਪ੍ਰੈਲ 1 2010 ਦੇ ਵਿੱਚ। ਦਾ ਰਾਈਟ ਟੂ ਪਬਲਿਕ ਆਫਿਸ ਇਜ਼ ਏ। ਪਬਲਿਕ ਆਫਿਸ ਦਾ ਜਿਹੜਾ ਰਾਈਟ ਹੈ ਉਹ ਹੈ ਕੀ? ਆਪਾਂ ਉਹਦੀ ਗੱਲ ਕਰ ਦਿੰਦੇ ਹਾਂ। ਕਿਸ ਤਰ੍ਹਾਂ ਦਾ ਰਾਈਟ ਹੈ ਉਹ? ਮਤਲਬ ਕਿ ਕੈਟਾਗਰੀ ਸਿਵਲ ਰਾਈਟ ਹੈ ਉਹ। ਡੀ ਆਪਸ਼ਨ ਹੈ ਇਹਦਾ ਰਾਈਟ ਆਨਸਰ, ਸਿਵਲ ਰਾਈਟ। ਫੰਡਾਮੈਂਟਲ ਰਾਈਟਸ ਆਰ ਨੋਟ ਗਿਵਨ ਟੂ। ਫੰਡਾਮੈਂਟਲ ਰਾਈਟਸ ਕਿਹਨਾਂ ਨੂੰ ਨਹੀਂ ਦਿੱਤੇ ਗਏ? ਬੈਂਕਰਪਟ ਪਰਸਨ, ਪੋਲੀਟੀਕਲ ਸਫਰਰਸ, ਜਾਂ ਫਿਰ ਕਿਹੜੇ? ਏਲੀਅਨਸ ਆਊਗਾ ਜੀ ਇਹਦਾ ਆਨਸਰ, ਏ ਆਪਸ਼ਨ। ਉਹਨਾਂ ਨੂੰ ਇਹ ਪ੍ਰੋਵਾਈਡ ਨਹੀਂ ਹੈਗੇ। ਵਧੀਆ ਕੁਐਸਚਨ ਹੈ, ਤੁਸੀਂ ਜੇ ਪੇਪਰ ਦੇ ਵਿੱਚ ਆਇਆ ਤਾਂ ਬਿਲਕੁਲ ਆਸਾਨੀ ਨਾਲ ਦੱਸ ਸਕਦੇ ਹੋ, ਏਲੀਅਨਸ ਆਊਗਾ। ਵੈਨ ਵਰ ਦਾ ਫੰਡਾਮੈਂਟਲ ਡਿਊਟੀਜ਼ ਆਫ ਦਾ ਇੰਡੀਅਨ ਸਿਟੀਜ਼ਨਸ ਇਨਕੋਰਪੋਰੇਟਡ ਇਨ ਦਾ ਕੰਸਟੀਟਿਊਸ਼ਨ। ਕਦੋਂ? ਇਨਕੋਰਪੋਰੇਟਡ ਦਾ ਮੀਨਿੰਗ ਕੀ ਹੁੰਦਾ ਜੀ? ਪਹਿਲਾਂ ਉਹ ਸੁਣ ਲਓ। ਇਨਕੋਰਪੋਰੇਟਡ ਜਿਹੜਾ ਹੈ ਇਹਦਾ ਮੀਨਿੰਗ ਹੁੰਦਾ ਜੀ ਸ਼ਾਮਲ ਕਰਨਾ। ਕਦੋਂ ਸ਼ਾਮਲ ਕੀਤਾ ਗਿਆ ਫੰਡਾਮੈਂਟਲ ਡਿਊਟੀਜ਼ ਨੂੰ? ਕੰਸਟੀਟਿਊਸ਼ਨ ਦੇ ਅੰਦਰ। 38 ਨੰਬਰ ਕੁਐਸਚਨ ਹੈ, ਇਹਦਾ ਜਵਾਬ ਆਊਗਾ ਬੀ ਆਪਸ਼ਨ, 1976 ਦੇ ਵਿੱਚ। 1976 ਦੇ ਵਿੱਚ ਸ਼ਾਮਲ ਕੀਤਾ ਗਿਆ। ਇਨਕੋਰਪੋਰੇਟਡ ਦਾ ਮਤਲਬ ਹੁੰਦਾ ਸ਼ਾਮਲ ਕਰਨਾ। ਵਿਚ ਕੇਸ ਇਜ਼ ਰਿਲੇਟਡ ਟੂ ਏ ਫੰਡਾਮੈਂਟਲ ਰਾਈਟ। ਇਹਨਾਂ ਦੇ ਵਿੱਚ ਕਿਹੜਾ ਰਾਈਟ ਹੈ ਜਿਹੜਾ ਕਿ ਫੰਡਾਮੈਂਟਲ ਰਾਈਟ ਦੇ ਨਾਲ ਰਿਲੇਟਡ ਹੈ? 39 ਨੰਬਰ ਕੁਐਸਚਨ, ਬੀ ਆਪਸ਼ਨ ਆਊਗਾ, ਗੋਲਕਨਾਥ ਵਰਸਸ ਸਟੇਟ ਆਫ ਪੰਜਾਬ। ਇਹਨੂੰ ਤੁਸੀਂ ਡਿਟੇਲ ਦੇ ਵਿੱਚ ਕਿਸੇ YouTube ਦੀ ਵੀਡੀਓ ਤੋਂ ਜਾਂ ਫਿਰ ਗੂਗਲ ਤੋਂ ਦੇਖ ਵੀ ਸਕਦੇ ਹੋ ਕਿ ਕਿੱਦਾਂ ਦਾ ਕੇਸ ਸੀਗਾ ਜਿਹੜਾ ਕਿ ਫੰਡਾਮੈਂਟਲ ਰਾਈਟ ਦੇ ਨਾਲ ਰਿਲੇਟਡ ਹੈ। ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਹੈ ਜੀ, ਫੰਡਾਮੈਂਟਲ ਰਾਈਟਸ ਗ੍ਰਾਂਟਡ ਟੂ ਦਾ ਇੰਡੀਅਨ ਸਿਟੀਜ਼ਨਸ। 4 ਆਪਸ਼ਨਾਂ ਨੇ ਜੀ ਤੁਹਾਡੇ ਸਾਹਮਣੇ, ਤਾਂ ਇਹਦਾ ਕੀ ਆਊਗਾ? ਕੈਨ ਬੀ ਸਸਪੈਂਡਡ।
ਕੀ ਹੋ ਸਕਦੇ ਇਹ ਸਸਪੈਂਡਡ ਹੋ ਸਕਦੇ ਨੇ। ਬੀ ਆਪਸ਼ਨ ਇਹਦਾ ਰਾਈਟ ਆਨਸਰ ਆਊਗਾ। ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਪ੍ਰੈਸ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਪਹਿਲਾਂ ਤੋਂ ਪਹਿਲਾਂ ਮਿਲ ਸਕੇ। ਪੰਜਾਬ ਸਰਕਾਰ ਦੇ ਸਾਰੇ ਪੇਪਰਾਂ ਦੀ ਤਿਆਰੀ ਦੇ ਲਈ ਤੁਸੀਂ ਸਾਡੇ ਫੇਸਬੁੱਕ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਹਦੀ PDF ਤੁਹਾਨੂੰ ਮਿਲੂਗੀ ਟੈਲੀਗ੍ਰਾਮ 'ਤੇ, ਜਿਹਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਧੰਨਵਾਦ।